ਪੰਡਤ ਗੁਰੂ ਹੈ ਤੇ ਦੂਜਾ ਅਵਧੂਤ ਗੁਰੂ ਹੁੰਦਾ ਹੈ। ਅਵਧੂਤ ਗੁਰੂ ਤੋਂ ਮੁਰਾਦ ਹੈ ਵੀ ਜਿਹੜਾ ਤਪਸਵੀ ਹੋਵੇ, ਜਿਹਨੇ ਸ਼ਾਸਤਰ ਤਾਂ ਨਹੀਂ ਪੜ੍ਹੇ ਪਰ ਉਹਨੇ ਤਪੱਸਿਆ ਕੀਤੀ ਹੋਈ ਹੈ। ਇਸ ਤਰ੍ਹਾਂ ਇੱਕ ਪੰਡਤ ਗੁਰੂ ਹੈ, ਇੱਕ ਅਵਧੂਤ ਗੁਰੂ ਹੈ। ਮਹਾਪੁਰਖ ਇੱਕ ਜੇ ਮਤ ਪੂਤਾ, ਇੱਕ ਤੀਸਰਾ ਮਹਾਪੁਰਖ ਗੁਰੂ ਹੁੰਦਾ ਹੈ, ਜਿਹਨੂੰ ਆਪਾਂ ਸੰਤ ਕਹਿ ਦਿੰਦੇ ਆ, ਗੁਰਮੁਖ ਕਹਿ ਦਿੰਦੇ ਆ, ਬ੍ਰਹਮ ਗਿਆਨੀ ਕਹਿ ਦਿੰਦੇ ਆ, ਸਤਿਪੁਰਖ ਕਹਿ ਦਿੰਦੇ ਆ। ਇੱਕ ਮਹਾਪੁਰਖ ਹੁੰਦੇ ਨੇ ਜਿਨ੍ਹਾਂ ਦੀ ਮਤ ਬੜੀ ਪਵਿੱਤਰ ਤੇ ਸ਼ੁੱਧ ਹੁੰਦੀ ਹੈ। ਇਹ ਤੀਸਰਾ ਗੁਰੂ ਹੁੰਦਾ ਹੈ। ਲਖਿਅਨ ਸੁਨੋ ਪਿੰਨ ਮਨ ਮਾਨੋ, ਇਹਨਾਂ ਦੇ ਹੁਣ ਲੱਖਣ ਸੁਣੋ। ਲੱਖਣ ਤੋਂ ਮੁਰਾਦ ਵੀ ਇਹਨਾਂ ਦੇ ਲਕਸ਼ਣ ਸੁਣੋ, ਵੀ ਇਹਨਾਂ ਦੇ ਗੁਣ ਕਿਹੜੇ ਕਿਹੜੇ ਹੁੰਦੇ ਤੇ ਇਹਨਾਂ ਨੂੰ ਭਿੰਨ ਭਿੰਨ ਕਰਕੇ ਮਨ ਵਿੱਚ ਮੰਨਣਾ ਕਰੋ। ਜੇ ਪੰਡਤ ਤਿਨ ਕੋ ਇਉ ਜਾਨੋ, ਜਿਹੜਾ ਪਹਿਲਾ ਗੁਰੂ ਹੁੰਦਾ ਨਾ ਉਹ ਪੰਡਤ ਗੁਰੂ ਹੁੰਦਾ ਹੈ, ਤੇ ਪੰਡਤ ਗੁਰੂ ਨੂੰ ਇਸ ਤਰ੍ਹਾਂ ਜਾਣਨਾ ਕਰੋ। ਅਨਤਾਰੂ ਜਿਉ ਬਚਨ ਅਲਾਏ, ਜਿਵੇਂ ਕੋਈ ਅਨਤਾਰੂ ਹੁੰਦਾ ਹੈ। ਅਨਤਾਰੂ ਦਾ ਭਾਵ ਜਿਹਨੂੰ ਤਰਨਾ ਨਾ ਆਉਂਦਾ ਹੋਵੇ, ਜਿਹੜਾ ਆਪ ਤਰ ਕੇ ਨਾ ਗਿਆ ਹੋਵੇ ਪਰ ਉਹ ਦੂਜਿਆਂ ਨੂੰ ਇਸ ਤਰ੍ਹਾਂ ਕਹਿੰਦਾ ਹੈ। ਨਦੀ ਪਾਰ ਤਟ ਹੋਤ ਲਖਾਏ, ਆਖਦਾ ਹੈ ਵੀ ਉਹ ਨਦੀ ਦਾ ਨਾ ਪਰਲਾ ਕੰਢਾ ਹੈ ਤੇ ਤੈਰ ਕੇ ਇਸ ਤਰ੍ਹਾਂ ਪਾਰ ਲੰਘ ਜਾਈਦਾ ਹੈ। ਤਰੋ ਤਾਏ ਹੋਵੋਗੇ ਪਾਰੂ, ਤੇ ਉਹ ਪੰਡਤ ਗੁਰੂ ਕਹਿੰਦਾ ਵੀ ਇਹ ਨਦੀ ਨੂੰ ਜਦੋਂ ਤਰੋਗੇ ਨਾ ਫਿਰ ਪਾਰ ਹੋਵੋਗੇ, ਫਿਰ ਦੂਜੇ ਕੰਢੇ ਤੇ ਤੁਸੀਂ ਪਹੁੰਚੋਗੇ। ਤਰਨੇ ਜਾਣੇ ਕਰੇ ਉਚਾਰੂ, ਪਰ ਮਸਲਾ ਇਹ ਹੈ ਵੀ ਹੁਣ ਉਹ ਆਪ ਤਰਨਾ ਨਹੀਂ ਜਾਣਦਾ। ਉਹ ਕਹਿ ਤਾਂ ਰਿਹਾ ਵੀ ਦੂਜੇ ਨੂੰ ਵੀ ਇਸ ਤਰ੍ਹਾਂ ਨਦੀ ਤੋਂ ਤਰ ਕੇ ਪਾਰਲੇ ਕੰਢੇ ਪਹੁੰਚ ਜਾਈਦਾ, ਪਰ ਉਹਨੂੰ ਆਪ ਨੂੰ ਉਹ ਤਰਨਾ ਨਹੀਂ ਆਉਂਦਾ। ਤੇ ਫਿਰ ਜਿਹੜਾ ਆਪ ਨਹੀਂ ਤਰ ਸਕਦਾ ਤੇ ਉਹ ਦੂਜਿਆਂ ਦਾ ਭਲਾ ਕਿਵੇਂ ਕਰੇਗਾ। ਇੱਕ ਦਫਾ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗਰੀਬ ਨਵਾਜ ਨੂੰ ਸਿੱਖਾਂ ਨੇ ਸਵਾਲ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਕੇ ਦੱਸੋ ਵੀ ਗੁਰੂ ਦਾ ਪ੍ਰਕਾਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਮਹਾਰਾਜ ਕਹਿੰਦੇ ਇੱਕ ਗੁਰੂ ਏਦਾਂ ਦੇ ਹੁੰਦੇ ਨੇ ਵੀ ਜਿਵੇਂ ਉਦਾਹਰਨ ਕੀ ਦਿੱਤੀ ਵੀ ਅੰਮ੍ਰਿਤਸਰ ਸਾਹਿਬ ਆਉਣਾ ਹੋਵੇ ਨਾ, ਤੇ ਕਹਿੰਦਾ ਜੀ ਅੰਮ੍ਰਿਤਸਰ ਸਾਹਿਬ ਇੱਧਰ ਪੈਂਦਾ ਵੀ ਇੱਧਰ ਚਲੇ ਜਾਓ, ਪਰ ਆਪ ਨਹੀਂ ਕਦੇ ਗਿਆ। ਕਹਿ ਰਹੇ ਆ ਵੀ ਇੱਧਰ ਨੂੰ ਚਲੇ ਜਾਓ, ਵੀ ਅੰਮ੍ਰਿਤਸਰ ਸਾਹਿਬ ਇਸ ਪਾਸੇ ਹੈ, ਜਾਓ ਜਾ ਕੇ ਇਸ਼ਨਾਨ ਕਰਕੇ ਆਓ, ਤੁਹਾਡੇ ਪਾਪ ਧੋਤੇ ਜਾਣਗੇ। ਪਰ ਮਹਾਰਾਜ ਕਹਿੰਦੇ ਆਪ ਕਦੇ ਨਹੀਂ ਗਿਆ। ਤੇ ਜਿਹੜੇ ਗਏ ਹੁੰਦੇ ਨੇ ਹੁਣ ਉਹਨਾਂ ਨੂੰ ਤਾਂ ਰਸਤਾ ਪਤਾ ਹੈ, ਤੇ ਜੇ ਉਹ ਕਹਿਣ ਨਹੀਂ ਪੰਡਤ ਜੀ ਇੱਧਰ ਨਹੀਂ ਇੱਧਰ ਪੈਂਦਾ ਗੁਰੂ ਕਾ ਨਗਰ, ਕਹਿੰਦਾ ਨਹੀਂ ਮੈਨੂੰ ਪਤਾ, ਮੈਂ ਆਪਣੇ ਆਪ ਹੀ ਤੁਰ ਜਾਵਾਂਗਾ। ਫਿਰ ਇਹੋ ਜਿਹੇ ਲੋਕ ਸਤਿਗੁਰੂ ਕਹਿੰਦੇ ਉਹ ਭਟਕਦੇ ਰਹਿੰਦੇ ਨੇ। ਤੇ ਇਹੋ ਜਿਹੇ ਭਟਕਣ ਵਾਲੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ, ਤੇ ਫਿਰ ਉਹ ਦੂਜਿਆਂ ਦਾ ਭਲਾ ਕਿੱਥੋਂ ਕਰ ਦੇਣਗੇ। ਉਹ ਭੁੱਲਿਆਂ ਨੂੰ ਰਾਹ ਕਿਵੇਂ ਦਿਖਾ ਦੇਣਗੇ ਜਿਹੜੇ ਆਪ ਭੁੱਲੇ ਹੋਏ ਨੇ। ਰਾਹ ਤਾਂ ਉਹ ਦਿਖਾ ਸਕਦਾ ਹੈ ਨਾ ਜਿਹੜਾ ਉਸ ਰਾਹ ਦਾ ਪਾਂਧੀ ਹੈ, ਜਿਹੜਾ ਚੱਲ ਕੇ ਮੰਜ਼ਿਲ ਤੇ ਪਹੁੰਚਿਆ, ਉਹਨੂੰ ਪਤਾ ਹੈ ਵੀ ਇਹ ਰਸਤਾ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਹੈ। ਤੇ ਜਿਹੜਾ ਕਦੇ ਆਪ ਉਸ ਰਾਹੇ ਚੱਲ ਕੇ ਗੁਰੂ ਕੀ ਨਗਰੀ ਨਹੀਂ ਪਹੁੰਚਿਆ, ਉਹ ਦੂਜੇ ਨੂੰ ਰਸਤਾ ਦੱਸਣ ਦੇ ਕਿਵੇਂ ਸਮਰੱਥ ਹੋਵੇਗਾ। ਇਹੋ ਜਿਹਾ ਮਨੁੱਖ ਤਾਂ ਦੂਜੇ ਨੂੰ ਭਟਕਾ ਜ਼ਰੂਰ ਸਕਦਾ ਪਰ ਰਾਹੇ ਨਹੀਂ ਪਾ ਸਕਦਾ। ਇਸ ਕਰਕੇ 6ਵੇਂ ਪਾਤਸ਼ਾਹ ਕਹਿੰਦੇ ਜਿਹਨੂੰ ਖੁਦ ਰਾਹ ਦਾ ਗਿਆਨ ਨਾ ਹੋਵੇ ਕਦੇ ਉਹਦੇ ਪਿੱਛੇ ਨਾ ਤੁਰੀਏ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਪ ਕਦੇ ਤਰ ਕੇ ਨਦੀ ਦੇ ਪਰਲੇ ਕੰਢੇ ਨਹੀਂ ਗਿਆ, ਉਹ ਮਨੁੱਖ ਦੂਜਿਆਂ ਨੂੰ ਕਹਿ ਰਿਹਾ ਵੀ ਜੇ ਤਰੋਗੇ ਤੇ ਪਾਰ ਹੋ ਜਾਵੋਗੇ। ਆਪ ਨਾ ਕਰੇ ਦੇਤੇ ਉਪਦੇਸ਼ਾ, ਸਤਿਗੁਰੂ ਕਹਿੰਦੇ ਇਹੋ ਜਿਹੇ ਲੋਕ ਆਪ ਨਹੀਂ ਕਮਾਈ ਕਰਦੇ ਤੇ ਦੂਜਿਆਂ ਨੂੰ ਉਪਦੇਸ਼ ਦਿੰਦੇ, ਦੂਜਿਆਂ ਨੂੰ ਸਮਝਾਉਂਦੇ ਹਨ। ਪੰਡਤ ਗੁਰ ਜਾਨੋ ਤੁਮ ਐਸਾ, ਸਤਿਗੁਰੂ ਕਹਿੰਦੇ ਪੰਡਤ ਗੁਰੂ ਤੁਸੀਂ ਇਸ ਪ੍ਰਕਾਰ ਜਾਣਨਾ ਕਰੋ। ਭਾਵੇਂ ਤੁਸੀਂ ਉਦਾਹਰਨ ਸੁਣੀ ਹੋਵੇਗੀ ਵੀ ਇੱਕ ਬੀਬੀ ਸੀ ਜਿਹਦਾ ਨਾਮ ਗੁਜਰੀ ਸੀ, ਰੋਜ਼ ਆਪਣੇ ਨਗਰ ਤੋਂ ਦੁੱਧ ਵੇਚਣ ਵਾਸਤੇ ਨਦੀ ਪਾਰ ਕਰਕੇ ਆਉਣਾ ਤੇ ਸਵੇਰੇ ਕਥਾ ਹੁੰਦੀ ਸੀ, ਉਹਨੇ ਰੋਜ਼ ਮੰਦਰ ਚੋਂ ਕਥਾ ਸੁਣਨੀ। ਇੱਕ ਦਿਨ ਸੁਣਿਆ ਵੀ ਰਾਮ ਦਾ ਨਾਮ ਭਵ ਸਾਗਰ ਤੋਂ ਤਾਰ ਦਿੰਦਾ, ਫਿਰ ਉਹ ਅਭਿਆਸਣ ਹੋ ਗਈ ਉਹਦੀ ਜਪ ਜਪ ਕੇ ਨਾਮ, ਤੇ ਨਦੀ ਤੋਂ ਇਦਾਂ ਹੀ ਤਰ ਕੇ ਲੰਘ ਜਾਇਆ ਕਰੇ। ਇੱਕ ਦਿਨ ਆਖਿਆ ਪੰਡਤ ਜੀ ਘਰ ਵਿੱਚ ਚਰਨ ਪਾਓ, ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਨੀ ਹੈ। ਚਲੋ ਅਗਲਾ ਦਿਨ ਹੋਇਆ, ਕਥਾ ਸੁਣੀ ਤੇ ਨਾਲ ਲੈ ਤੁਰੀ, ਤੇ ਜਦੋਂ
ਨਦੀ ਦੇ ਕੰਢੇ ਤੇ ਆਈ ਨਾ ਤੇ ਪੰਡਤ ਜੀ ਖਲੋ ਗਏ। ਬੀਬੀ ਆਖਣ ਲੱਗੀ, ਪੰਡਤ ਜੀ ਚਲੋ ਚਲੀਏ। ਕਹਿੰਦਾ ਜੀ ਬੇੜੀ ਕਿੱਥੇ ਹੈ? ਕਹਿੰਦੇ ਤੁਸੀਂ ਆਪ ਤਾਂ ਕਹਿੰਦੇ ਹੋ ਵੀ ਪਰਮੇਸ਼ਰ ਦਾ ਨਾਮ ਭਵ ਸਾਗਰ ਤੋਂ ਤਾਰ ਦਿੰਦਾ ਹੈ, ਤੇ ਜੇ ਉਹ ਭਵ ਸਾਗਰ ਤੋਂ ਤਾਰ ਦਿੰਦਾ ਹੈ ਤਾਂ ਫਿਰ ਵੀ ਛੋਟੀ ਜੀ ਨਦੀ ਹੈ ਕਿ ਇੱਥੋਂ ਨਹੀਂ ਤਾਰ ਹੋਵੇਗਾ, ਇਹ ਵੀ ਤਾਂ ਤਾਰ ਹੀ ਸਕਦੇ ਆ। ਆਖਣ ਲੱਗੇ ਬੀਬੀ ਤੈਨੂੰ ਕੀ ਹੋ ਗਿਆ, ਇਹਦੇ ਵਿੱਚ ਡੁੱਬਣਾ ਜੇ? ਉਹ ਬੀਬੀ ਜਿਹੜੀ ਰਾਮ ਰਾਮ ਕਰਦੀ ਕਹਿੰਦੀ ਹੋਈ ਨਾ ਪਾਣੀ ਤੇ ਇਉਂ ਚੱਲ ਪਈ, ਸਾਧ ਸੰਗਤ ਜੀ ਜਿਵੇਂ ਕੋਈ ਸੁੱਕੇ ਥਲ ਤੇ ਤੁਰਦਾ ਹੋਵੇ। ਤੇ ਉਸ ਬੀਬੀ ਨੇ ਆਖਿਆ ਪੰਡਤ ਜੀ ਆ ਜਾਓ। ਜਦੋਂ ਪੰਡਤ ਜੀ ਤੁਰਨ ਲੱਗੇ ਤੇ ਗੋਤੇ ਲੱਗ ਗਏ, ਤੇ ਬੀਬੀ ਨੇ ਫਿਰ ਉਹਦੀ ਵੀ ਬਾਂਹ ਫੜ ਲਈ। ਆਖੋ ਪੰਡਤ ਜੀ ਰਾਮ ਰਾਮ। ਜਦੋਂ ਉਹਨਾਂ ਨੇ ਆਖਿਆ ਤੇ ਫਿਰ ਉਹਨੂੰ ਵੀ ਨਾਲ ਤਾਰ ਕੇ ਲੈ ਗਈ, ਕਿਉਂਕਿ ਜਿਹੜੇ ਤਾਰੂ ਹੁੰਦੇ ਨੇ ਉਹ ਡੁੱਬਦਿਆਂ ਨੂੰ ਵੀ ਤਾਰ ਕੇ ਲੈ ਜਾਂਦੇ ਨੇ। ਇਸ ਵਾਸਤੇ ਕਈ ਵਾਰੀ ਬਹੁਤੇ ਬਚਨ ਕਹਿਣ ਵਾਲੇ ਜਿਹੜੇ ਲੋਕ ਹੁੰਦੇ ਨੇ, ਦੂਜਿਆਂ ਨੂੰ ਉਪਦੇਸ਼ ਦੇਣ ਵਾਲੇ ਹੁੰਦੇ ਨੇ ਨਾ, ਉਹ ਵੈਸੇ ਡੁੱਬ ਜਾਇਆ ਕਰਦੇ ਨੇ ਆਪ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਅਵਰਨ ਕੋ ਉਪਦੇਸਤ ਹੈ ਪਸ ਤੋਹੇ ਪ੍ਰਬੋਧ ਨਾ ਲਾਗੋ। ਗੁਰੂ ਕਲਗੀਧਰ ਜੀ ਕਹਿੰਦੇ ਦੂਜਿਆਂ ਨੂੰ ਹੇ ਪਸ਼ੂ ਤੂੰ ਉਪਦੇਸ਼ ਦੇਣਾ, ਪਰ ਤੈਨੂੰ ਕੁਝ ਸਮਝ ਨਹੀਂ ਪਈ, ਤੈਨੂੰ ਕੁਝ ਪਤਾ ਨਹੀਂ ਲੱਗਿਆ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਅਵਰ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਕਹਿ ਖਾਇਆ ਘਰ ਕਾ ਖੇਤ। ਦੂਜਿਆਂ ਨੂੰ ਉਪਦੇਸ਼ ਦੇਣ ਵਾਲਾ ਇਹੋ ਜਿਹਾ ਮਨੁੱਖ ਆਪਣੇ ਮੂੰਹ 'ਚ ਕੀ ਪਿਆ? ਕਹਿੰਦੇ ਜੀ ਰੇਤ। ਹੁਣ ਦੂਜੇ ਘਰ ਦੀ ਪਹਿਰੇਦਾਰੀ ਕਰਨ ਵਾਲਾ ਆਪਣਾ ਘਰ ਲੁਟਾ ਜਾਵੇ। ਅਸੀਂ ਦੂਜਿਆਂ ਦੀ ਪਹਿਰੇਦਾਰੀ ਤਾਂ ਕਰ ਰਹੇ ਹਾਂ, ਪਰ ਆਪਣੇ ਘਰ ਦੀ ਪਹਿਰੇਦਾਰੀ ਨਹੀਂ ਅਸੀਂ ਕਰ ਸਕਦੇ। ਇਸ ਵਾਸਤੇ ਮਹਾਰਾਜ ਗੁਰਦੇਵ ਜੀ ਕਹਿੰਦੇ ਭਾਈ ਆਪਣੇ ਘਰ ਦੀ ਪਹਿਰੇਦਾਰੀ ਕਰਿਆ ਕਰੋ, ਕਿਤੇ ਨਾ ਹੋਵੇ ਕਿ ਦੂਜੇ ਦਾ ਘਰ ਰੱਖਦਿਆਂ ਆਪਣਾ ਘਰ ਲੁੱਟਿਆ ਜਾਏ, ਦੂਜਿਆਂ ਨੂੰ ਤਾਰਦਿਆਂ ਆਪਣੀ ਬੇੜੀ ਨਾ ਕਿਤੇ ਡੁੱਬ ਜਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪੰਡਤ ਗੁਰੂ ਨੇ ਇਸ ਤਰ੍ਹਾਂ ਜਾਣੋ, ਉਹ ਕਦੇ ਆਪ ਨਹੀਂ ਕਮਾਈ ਕਰਦੇ, ਦੂਜੇ ਨੂੰ ਉਪਦੇਸ਼ ਜ਼ਰੂਰ ਦਿੰਦੇ ਹਨ। ਵੇਦ ਪੁਰਾਣਨ ਕਰੇ ਬਖਿਆਨਾ, ਵੇਦਾਂ ਤੇ ਪੁਰਾਣਾਂ ਨੂੰ ਜ਼ਰੂਰ ਬਖਿਆਨ ਕਰਦੇ ਹਨ। ਲੋਭ ਮੋਹ ਮੈਂ ਬੈਸ ਬਿਹਾਨਾ, ਲੋਭ ਤੇ ਮੋਹ ਦੇ ਵਿੱਚ ਆਪਣੀ ਸਾਰੀ ਉਮਰਾਂ ਬਤੀਤ ਕਰ ਦਿੰਦੇ ਹਨ। ਦੋਹਰਾ ਪੁਨ ਮਿਲਨ ਕੋ ਜਾਨੀਏ, ਹੋਤ ਨਰ ਦੇ ਗਿਆਨ। ਸਤਿਗੁਰੂ ਕਹਿੰਦੇ ਇਹੋ ਜਿਹੇ ਲੋਕਾਂ ਨੂੰ ਮਿਲਣ ਦਾ ਕੇਵਲ ਪੁੰਨ ਜਾਣੀ ਹੈ, ਕਿਉਂਕਿ ਜਦੋਂ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਉਪਦੇਸ਼ ਸੁਣੀਦਾ ਹੈ, ਸਤਿਗੁਰਾਂ ਦੀ ਮਹਿਮਾ ਸੁਣੀਦੀ ਹੈ, ਮਹਿਮਾ ਸੁਣਨ ਦਾ ਪੁੰਨ ਹੈ। ਪਰ ਇਹੋ ਜਿਹੇ ਲੋਕਾਂ ਦੀ ਰਸਨਾ ਦੇ ਵਿੱਚੋਂ ਸੁਣੇ ਹੋਏ ਉਪਦੇਸ਼ ਨਾਲ ਕਦੇ ਹਿਰਦੇ ਵਿੱਚ ਗਿਆਨ ਪੈਦਾ ਨਹੀਂ ਹੁੰਦਾ। ਪੁਨ ਜੋ ਐ ਅਵਤੂਤ ਗੁਰ ਵਿਦਿਆ ਤੇ ਅਨਜਾਨ। ਫਿਰ ਦੂਸਰਾ ਅਵਤੂਤ ਗੁਰੂ ਹੁੰਦਾ ਹੈ ਜਿਹੜਾ ਵਿਦਿਆ ਤੋਂ ਅਣਜਾਣ ਹੁੰਦਾ ਹੈ, ਉਹਨੂੰ ਧਰਮ ਸ਼ਾਸਤਰਾਂ ਦਾ ਗਿਆਨ ਨਹੀਂ ਹੁੰਦਾ। ਉਂਝ ਉਹ ਤਪਸਵੀ ਜ਼ਰੂਰ ਹੁੰਦਾ ਹੈ, ਪਰ ਧਰਮ ਸ਼ਾਸਤਰਾਂ ਤੋਂ ਹੀਣਾ ਹੁੰਦਾ ਹੈ। ਚੌਪਈ ਮਿਲਾ ਸੰਤ ਕੋ ਜੋਗੇ ਪਾਇਓ। ਗੁਰਦੇਵ ਜੀ ਕਹਿੰਦੇ ਇਹੋ ਜਿਹਾ ਜਦੋਂ ਸੰਤ ਸਾਨੂੰ ਕੋਈ ਪ੍ਰਾਪਤ ਹੋ ਜਾਵੇ, ਪਇਓ ਗਿਆਨ ਉਰ ਮੋਹ ਮਿਟਾਇਓ। ਸਤਿਗੁਰੂ ਕਹਿੰਦੇ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਪੈਦਾ ਹੋ ਜਾਂਦਾ ਤੇ ਮਨ ਦਾ ਮੋਹ ਮਿਟ ਜਾਂਦਾ ਹੈ। ਆਪ ਤਰੇ ਭਵ ਸਾਗਰ ਸੋਏ। ਇਹੋ ਜਿਹੇ ਜਿਹੜੇ ਅਵਧੂਤ ਹੁੰਦੇ ਨੇ ਉਹ ਆਪ ਤਾਂ ਤਰ ਸਕਦੇ ਨੇ ਸੰਸਾਰ ਸਾਗਰ ਤੋਂ, ਔਰ ਉਧਾਰ ਨੇ ਤੈ ਤੇ ਹੋਏ, ਪਰ ਉਹ ਦੂਸਰਿਆਂ ਦਾ ਉਧਾਰ ਨਹੀਂ ਕਰ ਸਕਦੇ। ਇੱਕ ਤਾਂ ਪੰਡਤ ਗੁਰੂ ਹੈ ਨਾ ਜਿਹੜਾ ਆਪ ਡੁੱਬ ਜਾਂਦਾ, ਉਹਦੇ ਕਰਕੇ ਦੂਜੇ ਨੂੰ ਗਿਆਨ ਨਹੀਂ ਮਿਲਦਾ। ਜਿਹੜਾ ਅਵਧੂਤ ਹੈ ਜੇਕਰ ਉਹਨੂੰ ਕਿਤੇ ਪੂਰਨ ਸੰਤ ਦੀ ਸੰਗਤ ਮਿਲ ਜਾਏ, ਉਹ ਆਪ ਤਪੱਸਿਆ ਕਰਦਾ, ਉਹਦੇ ਆਪਣੇ ਹਿਰਦੇ ਵਿੱਚ ਗਿਆਨ ਪੈਦਾ ਹੋ ਜਾਂਦਾ ਹੈ, ਆਪ ਤਾਂ ਤਰ ਜਾਂਦਾ ਹੈ, ਪਰ ਉਹ ਦੂਜੇ ਨੂੰ ਤਾਰਨ ਦੀ ਸਮਰੱਥਾ ਨਹੀਂ ਰੱਖਦਾ। ਜਿਉ ਜਲ ਵਿਖੇ ਲਸ਼ਟਕਾ ਜਾਈ। ਜਿਵੇਂ ਛੋਟੀ ਜੀ ਲੱਕੜ ਹੁੰਦੀ ਹੈ ਨਾ ਜਿਹੜੀ ਪਾਣੀ ਦੇ ਵਿੱਚ ਤੈਰਦੀ ਜਾਂਦੀ ਹੈ, ਆਪ ਤਰੇ ਨੇ ਔਰ ਤਰਾਈ। ਉਹ ਲੱਕੜ ਆਪ ਤਾਂ ਤਰ ਸਕਦੀ ਹੈ ਪਰ ਦੂਜੇ ਨੂੰ ਨਹੀਂ ਤਾਰ ਸਕਦੀ।
ਛੋਟੀ ਜੀ ਪਾਣੀ ਦੇ ਵਿੱਚ ਤਰਦੀ ਹੋਈ ਸੋਟੀ ਆਪ ਤਰਨ ਦੀ ਸਮਰੱਥਾ ਰੱਖਦੀ ਹੈ, ਪਰ ਕਿਸੇ ਨੂੰ ਤਾਰਨ ਦੀ ਸਮਰੱਥਾ ਨਹੀਂ ਰੱਖਦੀ। ਪੁਨ ਜੀ ਮਹਾਪੁਰਖ ਗੁਰ ਜਾਨੋ। ਤੇ ਤੀਸਰੇ ਜਿਹੜੇ ਗੁਰੂ ਹੁੰਦੇ ਨੇ ਉਹ ਪੂਰਨ ਮਹਾਂਪੁਰਖ ਸੰਤ ਜਨ ਹੁੰਦੇ ਹਨ। ਸਭ ਵਿਦਿਆ ਮੈਂ ਨਿਪੁੰਨ ਪਛਾਨੋ। ਇਹੋ ਜੇ ਗੁਰਮੁਖ ਸਾਰ ਪ੍ਰਕਾਰ ਦੀ ਵਿਦਿਆ ਦੇ ਵਿੱਚ ਨਿਪੁੰਨ ਜਾਣਨਾ ਕਰੋ। ਉਹਨਾਂ ਦੇ ਪਾਸ ਹਰ ਪ੍ਰਕਾਰ ਦੀ ਵਿਦਿਆ ਵੀ ਹੁੰਦੀ, ਧਰਮ ਸ਼ਾਸਤਰਾਂ ਦਾ ਗਿਆਨ ਵੀ ਰੱਖਦੇ ਹਨ ਤੇ ਅੰਦਰੋਂ ਆਤਮਿਕ ਗਿਆਨ ਕਰਕੇ ਵੀ ਉਹ ਪੂਰਨ ਹੁੰਦੇ ਹਨ। ਤਿਨ ਕੋ ਮਿਲੇ ਮਨੁਜ ਜਾਈ। ਇਹੋ ਜੇ ਬ੍ਰਹਮ ਸਰੋਤੀ ਤੇ ਬ੍ਰਹਮ ਨੇਸ਼ਟੀ ਗੁਰੂ ਨੂੰ ਜੇਕਰ ਮਿਲੀਏ, ਜਿਹੜਾ ਵੀ ਮਨੁੱਖ ਇਹਨਾਂ ਦੀ ਸੰਗਤ ਵਿੱਚ ਚਲਾ ਜਾਂਦਾ ਹੈ, ਹੋਏ ਉਦਾਰ ਸਹਿਜੇ ਗਤ ਪਾਈ। ਇਹੋ ਜੇ ਮਨੁੱਖ ਦਾ ਫਿਰ ਉਧਾਰ ਹੋ ਜਾਂਦਾ ਹੈ। ਬ੍ਰਹਮ ਸਰੋਤੀ ਤੇ ਬ੍ਰਹਮ ਨੇਸ਼ਟੀ ਗੁਰੂ ਦੀ ਸੰਗਤ ਕਰਨੇ ਕਰਕੇ ਭਵ ਸਾਗਰ ਤੋਂ ਉਧਾਰ ਹੋ ਜਾਂਦਾ ਹੈ। ਜੇ ਉਪਦੇਸ਼ੇ ਦੇਹਿ ਗਿਆਨਾ। ਐਸੇ ਗੁਰੂ ਜਿਨ੍ਹਾਂ ਨੂੰ ਉਪਦੇਸ਼ ਦੀ ਦਾਤ ਬਖਸ਼ਦੇ ਨੇ, ਜਿਨ੍ਹਾਂ ਨੂੰ ਗਿਆਨ ਬਖਸ਼ਿਸ਼ ਕਰਦੇ ਹਨ। ਐਸੇ ਮਹਾਪੁਰਖ ਸੁਖ ਦਾਨਾ। ਇਹੋ ਜੇ ਮਹਾਪੁਰਖ ਸੁੱਖਾਂ ਦੇ ਦਾਨੀ ਹੁੰਦੇ ਨੇ, ਆਪ ਵੀ ਤਰਨ ਦੀ ਸਮਰੱਥਾ ਰੱਖਦੇ ਨੇ ਤੇ ਦੂਜੇ ਨੂੰ ਵੀ ਤਾਰਨ ਦੀ ਉਹ ਸਮਰੱਥਾ ਰੱਖਦੇ ਹਨ। ਦੋਹਰਾ ਤਿਨ ਕੇ ਦੇਖ ਆਚਾਰ ਨਰ, ਜੇ ਕੋ ਆਪ ਕਮਾਏ। ਐਸੇ ਸੰਤ ਜਨ ਉਹਨਾਂ ਦੇ ਆਚਾਰ ਨੂੰ ਵੇਖ ਕੇ, ਉਹਨਾਂ ਦੇ ਜੀਵਨ ਨੂੰ ਵੇਖ ਕਰਕੇ ਜਿਹੜਾ ਮਨੁੱਖ ਕਮਾਈ ਕਰਦਾ ਹੈ, ਕਿਉਂਕਿ ਮਹਾਪੁਰਸ਼ਾਂ ਦਾ ਜਿਹੜਾ ਜੀਵਨ ਹੈ ਜੀ, ਉਹ ਜੀਵਨ ਵੀ ਬੋਲਦਾ ਹੁੰਦਾ ਹੈ। ਮਹਾਪੁਰਸ਼ ਰਸਨਾ ਨਾਲ ਕਿਸੇ ਨੂੰ ਉਪਦੇਸ਼ ਦੇਣ ਜੀ, ਉਹਦਾ ਭਲਾ ਕਰਦੇ ਨੇ, ਪਰ ਜਦੋਂ ਕੋਈ ਉਹਨਾਂ ਦੇ ਦੀਦਾਰ ਕਰਦਾ, ਦੀਦਾਰ ਕਰਨ ਵਾਲੇ ਦਾ ਵੀ ਭਲਾ ਹੋ ਜਾਂਦਾ ਹੈ। ਜਦੋਂ ਕੋਈ ਮਹਾਪੁਰਖਾਂ ਦੀ ਕਰਨੀ ਵੇਖ ਕੇ, ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਕਰਨੀ ਕਮਾਉਣ ਲੱਗ ਜਾਂਦਾ, ਉਹਦਾ ਵੀ ਭਲਾ ਹੋ ਜਾਂਦਾ ਹੈ। ਆਪਾਂ ਮਹਾਰਾਜ ਜੀ ਦੇ ਬੋਲ ਪੜ੍ਹਦੇ ਹਾਂ ਜੀ, ਸਾਧ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਨੇ, ਜਦੋਂ ਕੋਈ ਮਨੁੱਖ ਉਹਨਾਂ ਦੀ ਕਰਨੀ ਨੂੰ ਵੇਖ ਕੇ ਖੁਦ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈ। ਸਵਸਤ ਹੋਤ ਤਿਨ ਕੋ ਸਦਾ, ਜਮਪੁਰ ਸੋ ਨਹਿ ਜਾਏ। ਇਹੋ ਜਿਹੇ ਮਨੁੱਖਾਂ ਦੀ ਕਲਿਆਣਤਾ ਹੋ ਜਾਂਦੀ ਹੈ। ਇਹਦਾ ਭਾਵ ਅਰਥ ਹੈ ਵੀ ਕੋਈ ਜ਼ਰੂਰੀ ਨਹੀਂ ਕਿ ਜੇ ਸਾਧੂ ਕੁਝ ਬੋਲੇ ਤੇ ਤਾਂ ਹੀ ਗੱਲ ਬਣਨੀ ਹੈ। ਬਸ ਸਾਧੂ ਦੀ ਸੰਗਤ ਵਿੱਚ ਬਹਿ ਕੇ ਉਹਨਾਂ ਵੱਲ ਵੇਖ ਕੇ ਕਮਾਈ ਕਰਨੀ ਸ਼ੁਰੂ ਕਰ ਦਿਓ। ਜਿਸ ਮਾਰਗ ਤੇ, ਜਿਸ ਰਸਤੇ ਤੇ ਚੱਲ ਰਹੇ ਨੇ, ਉਸ ਮਾਰਗ ਨੂੰ ਅਸੀਂ ਫੜ ਲੈਣਾ ਹੈ। ਤੇ ਜਿਹੜਾ ਮਨੁੱਖ ਉਸ ਰਾਹੇ ਚੱਲਦਾ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਸ ਮਨੁੱਖ ਦੀ ਕਲਿਆਣਤਾ ਹੋ ਜਾਂਦੀ ਹੈ, ਉਹਨਾਂ ਨੂੰ ਜਮਪੁਰੀ ਨਹੀਂ ਜਾਣਾ ਪੈਂਦਾ। ਚੋਪਈ ਨਰ ਜੈ ਪਾਰ ਲੰਘਾਵਨ ਹੋਏ। ਸਾਧ ਸੰਗਤ ਜੀ, ਜਿਹੜਾ ਮਨੁੱਖ ਦੂਸਰੇ ਨੂੰ ਪਾਰ ਲੰਘਾਉਣ ਦੀ ਸਮਰੱਥਾ ਰੱਖਦਾ ਹੈ, ਪਾਰ ਕਰੇ ਕੇਵਟ ਸਮ ਸੋਏ। ਉਹ ਜਿਹੜਾ ਮਨੁੱਖ ਮਨਾਹ ਦੀ ਨਿਆਈ ਦੂਜਿਆਂ ਨੂੰ ਪਾਰ ਕਰ ਦਿੰਦਾ ਹੈ। ਜਿਵੇਂ ਮਲਾਹ ਬੇੜੀ ਵਿੱਚ, ਕਿਸ਼ਤੀ ਵਿੱਚ ਬੈਠੇ ਹੋਏ ਲੋਕਾਂ ਨੂੰ ਨਦੀਆਂ ਪਾਰ ਕਰ ਦਿੰਦਾ ਹੈ, ਸੰਤ ਦਾ ਸੁਭਾਅ ਤੇ ਸੰਤ ਦੀ ਸੰਗਤ ਵਿੱਚ ਬੈਠੇ ਹੋਏ ਜਿਹੜੇ ਮਨੁੱਖ, ਉਹਨਾਂ ਦਾ ਸੁਭਾਅ ਵੀ ਉਦਾਂ ਦਾ ਹੋ ਜਾਂਦਾ ਹੈ। ਉਹ ਵੀ ਮਲਾਹ ਦੇ ਵਾਂਗੂ ਦੂਜਿਆਂ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ। ਦੇਖੋ, ਇੱਕ ਦੀਵਾ, ਉਹਦਾ ਗੁਣ ਕੀ ਹੈ ਜੀ? ਇੱਕ ਦੀਵਾ ਬੁਝੇ ਹੋਏ 100 ਦੀਵਿਆਂ ਨੂੰ ਬਰਾਬਰ ਦਾ ਪ੍ਰਕਾਸ਼ ਦੇ ਕਰਕੇ ਉਹਨਾਂ ਨੂੰ ਆਪਣੇ ਜਿੰਨੀ ਰੋਸ਼ਨੀ ਦੇ ਦਿੰਦਾ। ਇੱਕ ਦੀਵਾ ਹਰ ਦੀਵੇ ਨੂੰ ਪ੍ਰਕਾਸ਼ ਦੇ ਨਾਲ ਭੂਸ਼ਿਤ ਕਰ ਦਿੰਦਾ ਹੈ। ਸੰਤ ਦਾ ਇਹੀ ਲੱਛਣ ਹੈ ਕਿ ਦੂਜੇ ਨੂੰ ਵੈ ਕਰਹਿ ਆਪ ਸਮਾਨ, ਉਹ ਆਪਣੇ ਵਰਗਾ ਬਣਾ ਲੈਂਦਾ ਹੈ। ਤੇ ਸੰਤ ਕਈ ਮਲਾਹ ਪੈਦਾ ਕਰ ਸਕਦਾ ਹੈ। ਸੰਤ ਕਈ ਮਲਾਹ ਪੈਦਾ ਕਰ ਸਕਦਾ ਹੈ। ਇੱਕ ਸੰਤ ਜਿਹਦੇ ਨਾਲ ਮਿਲ ਕੇ ਦੂਜਾ ਵੀ ਸੰਤ ਬਣ ਜਾਂਦਾ ਹੈ। ਇਸ ਕਰਕੇ ਚੰਦਨ ਕਦੇ ਕਿਸੇ ਨੂੰ ਚੰਦਨ ਨਹੀਂ ਬਣਾਉਂਦਾ। ਪਾਰਸ ਕਿਸੇ ਧਾਤ ਨੂੰ ਪਾਰਸ ਨਹੀਂ ਬਣਾਉਂਦਾ। ਸੋਨਾ ਭਾਵੇਂ ਬਣਾ ਸਕਦਾ ਹੈ, ਪਰ ਕਹਿੰਦੇ ਸੰਤ ਦੀ ਖਾਸੀਅਤ ਇਹ ਹੈ ਵੀ ਵਹਿ ਕਰਾਏ ਆਪ ਸਮਾਨ, ਉਹ ਦੂਜੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਸੰਤ ਦੀ ਸੰਗਤ ਵਿੱਚ ਬਹਿ ਕੇ ਉਹਦੇ ਗੁਣ ਧਾਰ ਕੇ ਕਮਾਈ ਕਰਕੇ ਸੰਤੀ ਬਣ ਜਾਈਦਾ ਹੈ। ਇਸ ਵਾਸਤੇ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸੰਤ ਜਨ ਮਲਾਹ ਦੇ ਵਾਂਗੂ ਦੂਜਿਆਂ ਨੂੰ ਭਵ ਸਾਗਰ ਤੋਂ ਤਾਰ ਦਿੰਦੇ ਹਨ। ਕਿਸੀ ਤੁਲਾ ਦੇ ਕੈ ਸਰਨਾਈ, ਕਿਸੇ ਨੂੰ ਉਹ ਤੁਲਾ ਦੇ ਦਿੰਦੇ ਨੇ, ਕਿਸੇ ਨੂੰ ਸਰਨਾਈ ਦੇ ਦਿੰਦੇ ਨੇ। ਬਾਂਸਾਂ ਦਾ ਗੱਠਾ ਬਣਾ ਕੇ ਤੇ ਉਹ ਤੁਲਾ ਜੀ ਬਣ ਜਾਂਦੀ ਹੈ ਇੱਕ। ਇਸੇ ਪ੍ਰਕਾਰ ਇੱਕ ਫੂਕ ਭਰੀ ਕਹਿੰਦੇ ਖਲ ਜੀ ਹੁੰਦੀ, ਉਹਨੂੰ ਸਰਨਾਈ ਕਹਿੰਦੇ ਨੇ, ਉਹ ਵੀ ਤਰਨ ਦੇ ਕੰਮ ਆਉਂਦੀ ਹੈ। ਤੋ ਕਿਸੇ ਨੂੰ ਸੰਤ ਜਨ ਤੁਲਾ ਦੇ ਦਿੰਦੇ ਨੇ, ਕਿਸੇ ਨੂੰ ਸਰਨਾਈ ਦੇ ਦਿੰਦੇ ਹਨ। ਕਿਸਹੂ ਨੋਕਾ ਦੇਤ ਚੜਾਈ, ਤੇ ਕਿਸੇ ਨੂੰ ਫਿਰ ਉਹ ਬੇੜੀ ਤੇ ਬਿਠਾ ਦਿੰਦੇ ਨੇ। ਹੁਣ ਮਲਾਹ ਦੀ ਮਰਜ਼ੀ ਹੈ ਨਾ ਵੀ ਭਾਵੇਂ ਤੁਲਾ ਤੇ ਚਾੜ ਲਵੇ, ਭਾਵੇਂ ਬੇੜੀ ਵਿੱਚ ਬਿਠਾ ਦੇਵੇ, ਤੇ ਭਾਵੇਂ ਸਰਨਾਈ ਦੇ ਉੱਤੇ ਬਿਠਾ ਦੇਵੇ। ਸੰਤ ਕਿਸੇ ਨੂੰ ਪ੍ਰੇਮ ਵਾਲੇ ਪਾਸੇ ਤੋਰ ਦਿੰਦਾ ਹੈ, ਕਿਸੇ ਨੂੰ ਸੇਵਾ ਵਾਲੇ ਪਾਸੇ ਤੋਰ ਦਿੰਦਾ ਹੈ, ਕਿਸੇ ਦੇ ਜੀਵਨ ਵਿੱਚ ਵਿਰਾਗ ਪੈਦਾ ਕਰ ਦਿੰਦਾ ਹੈ, ਕਿਸੇ ਨੂੰ ਆਖਦਾ ਸਤ ਸੰਗਤ ਕਰਿਆ ਕਰ। ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ, ਸਾਧ ਸੰਗਤ ਜੀ, ਜਦੋਂ ਵੀ ਕਿਸੇ ਨੇ ਜਾਣਾ ਨਾ ਤੇ ਉਹਨਾਂ ਨੂੰ ਕਹਿਣਾ ਸਿੰਘੋ ਬਾਣੀ ਪੜ੍ਹਿਆ ਕਰੋ। ਥੋੜਾ ਜਿਹਾ ਤੇਜ਼ ਬੋਲਦੇ ਸਨ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ, ਚੱਲਦਾ ਫਿਰਦਾ ਰੱਬ, ਜਿਨ੍ਹਾਂ ਨੂੰ ਟਕਸਾਲ ਦੇ ਵਿੱਚ ਜਥੇ ਦੀ ਮਾਂ ਕਹਿੰਦੇ ਸਨ, ਬੜੇ ਪਿਆਰ ਵਾਲੇ। ਤੇ ਸਾਧ ਸੰਗਤ ਜੀ, ਇਹੋ ਜਿਹੇ ਮਹਾਂਪੁਰਸ਼ ਜਿਹੜੇ ਨੇ ਨਾ, ਜਿਹੜਾ ਵੀ ਆਉਣਾ ਬਾਣੀ ਪੜ੍ਹਿਆ ਕਰੋ ਭਾਈ ਸਿੰਘੋ। ਹੁਣ ਅਸੀਂ ਇਹ ਚਾਹੁੰਦੇ ਆ ਵੀ ਜਦੋਂ ਕਿਸੇ ਸਾਧੂ ਕੋਲ ਜਾ ਕੇ ਬੈਠੀਏ ਨਾ, ਕੋਈ ਮੰਤਰ ਦੇਵੇ ਸਾਨੂੰ, ਪਰ ਜੋ ਮੰਤਰ ਦੇ ਰਹੇ ਆ ਸਾਧੂ, ਉਹ ਨਹੀਂ ਸਾਡੇ ਕੋਲੋਂ ਫੜ ਹੁੰਦਾ। ਉਹਨਾਂ ਨੇ ਕਹਿਣਾ ਬਾਣੀ ਪੜੋ, ਤੇ ਹੁਣ ਜਿਹਨੇ ਉਹ ਮੰਤਰ ਫੜ ਲਿਆ ਨਾ, ਬਾਣੀ ਪੜੋ, ਬਸ ਉਹਦਾ ਹੀ ਪਾਰ ਉਤਾਰਾ ਹੋ ਗਿਆ। ਕਿਸੇ ਨੂੰ ਸੰਗਤ ਵਾਲੇ ਪਾਸੇ ਤੋਰ ਦੇਣਾ, ਕਿਸੇ ਨੂੰ ਬਾਣੀ ਵਾਲੇ ਪਾਸੇ ਤੋਰ ਦੇਣਾ, ਕਿਸੇ ਨੂੰ ਆਖਣਾ ਵੀ ਸੇਵਾ ਕਰਿਆ ਕਰੋ। ਅੰਦਰ ਵੇਖ ਲੈਂਦੇ ਨਾ ਹਿਰਦਾ ਕਿੱਦਾਂ ਦਾ ਹੈ ਨਾ, ਕਿਉਂਕਿ ਜਿਹੋ ਜਿਹਾ ਹਿਰਦਾ ਹੈ ਉਹੋ ਜਿਹੀ ਵਸਤੂ ਵਿੱਚ ਪਾਉਣੀ ਹੈ ਨਾ। ਇਹ ਵੇਖਣਾ ਵੀ ਕਿਹੜਾ ਮਨੁੱਖ ਕਿਹੜੀ ਵਸਤੂ ਦੇ ਯੋਗ ਹੈ। ਆਪਾਂ ਜਿਸ ਚੀਜ਼ ਦੇ ਅਧਿਕਾਰੀ ਬਣਨੇ ਆ ਨਾ, ਉਹ ਚੀਜ਼ ਮਿਲਦੀ ਹੈ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਕਹਿੰਦੇ, ਜੇਕਰ ਕੋਈ ਵਸਤੂ ਲੈਣੀ ਹੋਵੇ, ਘੱਟੋ ਘੱਟ ਆਪਣੇ ਆਪ ਨੂੰ ਉਹਦੇ ਯੋਗ ਬਣਾਉਣਾ ਪੈਂਦਾ। ਕਹਿੰਦੇ ਜਿਹੜੀ ਵਸਤੂ ਦੇ ਯੋਗ ਅਸੀਂ ਬਣ ਜਾਂਦੇ ਹਾਂ, ਗੁਰੂ ਉਹ ਵਸਤੂ ਸਾਡੀ ਝੋਲੀ 'ਚ ਪਾ ਦਿੰਦਾ ਹੈ। ਤੇ ਸਾਧੂ ਵੀ ਵੇਖ ਲੈਂਦਾ ਵੀ ਇਹ ਕਿਹੜੇ ਵਸਤੂ ਦੀ ਯੋਗ ਹੈ, ਕਿਹੜੇ ਵਸਤੂ ਦੇ ਇਹ ਯੋਗ ਹੈ, ਇਹਦਾ ਉਧਾਰ ਕਿਵੇਂ ਹੋਣਾ ਹੈ। ਉਸੇ ਤਰੀਕੇ ਨਾਲ ਹੀ ਫਿਰ ਉਹਨੂੰ ਮਹਾਰਾਜ ਤਾਰਨ ਵਾਲੇ ਪਾਸੇ ਤੋਰ ਦਿੰਦੇ ਨੇ। ਇਸ ਕਰਕੇ ਕਿਸੇ ਨੂੰ ਪ੍ਰੇਮ ਦੀ ਤੁਲਾ, ਕਿਸੇ ਨੂੰ ਵੈਰਾਗ ਦੀ ਸਰਨਾਈ ਦੇ ਦਿੱਤੀ, ਕਿਸੇ ਨੂੰ ਸਤ ਸੰਗਤ ਦੀ ਬੇੜੀ ਦੇ ਦਿੱਤੀ, ਤੇ ਸਭ ਦਾ ਉਹ ਭਲਾ ਕਰ ਦਿੰਦੇ ਹਨ। ਤੈਂ ਕੇ ਦਰਸ਼ਨ ਕਲ ਮਲ ਜਾਈ, ਇਹੋ ਜਿਹੇ ਸਾਧੂਆਂ ਦੇ ਦਰਸ਼ਨ ਕਰਨੇ ਕਰਕੇ ਮਹਾਰਾਜ ਕਹਿੰਦੇ ਪਾਪ ਵੀ ਮਨੁੱਖ ਦੇ ਉਤਰ ਜਾਂਦੇ ਹਨ। ਮਹਾਪੁਰਖ ਗੁਰ ਸਭ ਸੁਖਦਾਈ, ਇਹੋ ਜਿਹੇ ਮਹਾਂਪੁਰਖ ਸਤਿਗੁਰੂ ਸਭ ਲਈ ਸੁੱਖਾਂ ਦੇ ਦਾਤੇ ਹੁੰਦੇ ਹਨ, ਸਭ ਦੀਆਂ ਝੋਲੀਆਂ ਸੁੱਖਾਂ ਨਾਲ ਭਰਦੇ ਹਨ। ਗੁਣ ਖਾਨੀ ਤੇ ਸੁਨਿਆਸ ਬਾਨੀ, ਗੁਣਾਂ ਦੇ ਖਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਐਸੇ ਬਚਨ ਸੁਣ ਕੇ ਪਰਮ ਪ੍ਰੇਮ ਮੈਂ ਮਤ ਲਪਟਾਨੀ, ਜਿੰਨੇ ਵੀ ਸਰੋਤੇ ਬੈਠੇ ਸਨ ਉਹਨਾਂ ਦੀ ਮਤ ਮਹਾਰਾਜ ਦੇ ਪ੍ਰੇਮ ਦੇ ਨਾਲ ਭਿੱਜ ਗਈ ਹੈ। ਗੈ ਪਦ ਪੰਕਜ ਬਿਨੇ ਬਖਾਨੇ, ਸਤਿਗੁਰਾਂ ਦੇ ਪਾਵਨ ਚਰਨ ਕਮਲ ਉਹਨਾਂ ਨੇ ਪਕੜ ਲਏ ਤੇ ਬੇਨਤੀਆਂ ਕਰਨ ਲੱਗੇ ਹਨ। ਮੁਕਤ ਦਾਨ ਦਾ ਰੂਪ ਪਛਾਨੇ, ਸਮਝ ਗਏ ਕਿ ਜਿਸ ਨੂੰ ਅਸੀਂ ਸ਼ਾਸਤਰਾਂ ਵਿੱਚੋਂ ਲੱਭ ਰਹੇ ਹਾਂ, ਜਿਹਦੀ ਕਥਾ ਅਸੀਂ ਸੁਣਦੇ ਹਾਂ ਕਿ ਉਹ ਪ੍ਰਭੂ ਮੁਕਤੀ ਦਾ ਦਾਤਾ ਹੈ, ਉਹ ਮੁਕਤੀ ਦਾ ਦਾਤਾ ਪ੍ਰਭੂ ਅੱਜ ਸਾਡੀ ਨਗਰੀ ਦੇ ਵਿੱਚ ਆ ਗਿਆ। ਉਹ ਸਾਡੇ ਘਰ ਦੇ ਵਿੱਚ ਚੱਲ ਕੇ ਆਇਆ ਮੁਕਤੀ ਦੀ ਦਾਤ ਵੰਡਣ ਵਾਸਤੇ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਭਨਾਂ ਨੇ ਮੁਕਤੀ ਦਾ ਦਾਤਾ ਕਰਕੇ ਜਾਣਿਆ ਹੈ। ਭਵ ਸਾਗਰ ਮੈਂ ਹੈ ਦੁੱਖ ਭਾਰਾ, ਬੇਨਤੀ ਕਰਦੇ ਹਨ ਗਰੀਬ ਨਵਾਜ, ਇਹ ਜਿਹੜਾ ਭਵ ਸਾਗਰ ਸੰਸਾਰ ਸਾਗਰ ਹੈ, ਇਹ ਭਾਰੀ ਦੁੱਖਾਂ ਦਾ ਸਾਗਰ ਹੈ। ਨਿਜ ਕਰੁਣਾ ਕਰ ਕਰੋ ਉਦਾਰਾ, ਸਾਡੇ ਉੱਪਰ ਆਪਣੀ ਕਿਰਪਾ ਦਇਆ ਕਰਕੇ ਮਹਾਰਾਜ ਜੀਓ ਸਾਡਾ ਉਧਾਰ ਕਰ ਦਿਓ, ਸਾਨੂੰ ਭਵ ਸਾਗਰ ਤੋਂ ਤਾਰ ਦਿਓ। ਦੋਹਰਾ ਸਿੱਖ ਆਪਨੇ ਕੀਜੀਏ, ਸ਼ੋਭੇ ਉਪਦੇਸ਼ ਦ੍ਰਿੜਾਏ। ਸਤਿਗੁਰੂ ਕਿਰਪਾ ਕਰਕੇ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਸਿੱਖ ਬਣਾਓ।
ਗੁਰੂ ਬੜੇ ਹੋਵਣਗੇ ਲਾਲਚ ਦੇਣ ਵਾਲੇ, ਤੁਹਾਨੂੰ ਮਕਾਨ ਬਣਾ ਦੇਾਂਗੇ, ਤੁਹਾਨੂੰ ਜ਼ਮੀਨ ਲੈ ਦੇਾਂਗੇ, ਤੁਹਾਡੇ ਬੱਚੇ ਪੜ੍ਹਾ ਦੇਾਂਗੇ, ਆਓ ਧਰਮ ਬਦਲੋ। ਚੱਲ ਰਿਹਾ ਨਾ ਇਹ ਕੁਝ ਸੰਸਾਰ ਵਿੱਚ, ਅੱਜ ਵੀ ਚੱਲ ਰਹੇ ਹੈ। ਕਿਉਂ ਚੱਲ ਰਹੇ ਹੈ? ਕਿਉਂਕਿ ਉਹਨਾਂ ਕੋਲ ਮੁਕਤੀ ਦਾ, ਦੇਣ ਦਾ, ਭਲੇ ਦਾ, ਕਲਿਆਣਤਾ ਦਾ ਕੋਈ ਸਾਧਨ ਹੀ ਕੋਈ ਨਹੀਂ। ਉਹ ਲੋਕਾਂ ਨੂੰ ਲਾਲਚ ਦੇ ਕੇ, ਜਿਹੜਾ ਕੰਮ ਉਹ ਰੰਗਜੇਬ ਕਰਦਾ ਸੀ ਨਾ, ਕੀ ਸੀਗਾ? ਲਾਲਚ ਦੇਣਾ। ਨਹੀਂ ਲਾਲਚ ਦੇ ਨਾਲ ਮੰਨਿਆ, ਤਲਵਾਰ ਦਾ ਡਰ ਦੇਣਾ, ਖੌਫ ਦੇਣਾ ਤਲਵਾਰ ਦਾ, ਵੀ ਧਰਮ ਬਦਲ ਲਓ ਆਪਣਾ, ਨਹੀਂ ਤਾਂ ਤਲਵਾਰ ਦੀ ਭੇਟ ਚੜ ਜਾਓਗੇ। ਜਿਹੜਾ ਪੱਕਾ ਸੀ ਉਹ ਨਹੀਂ ਡੋਲਿਆ, ਜਿਹੜਾ ਕੱਚਾ ਸੀ ਕੁਝ ਲਾਲਚ ਵਸ ਹੋ ਗਏ ਤੇ ਕਈ ਤਲਵਾਰ ਦਾ ਭੈ ਖਾ ਗਏ। ਖਾਲਸੇ ਨੇ ਜਦੋਂ ਤੇਗ ਵਾਈ, ਤੇਗ ਤਾਂ ਖਾਲਸੇ ਕੋਲ ਵੀ ਸੀ। ਆਦਿ ਕਾਲ ਤੋਂ ਲੈ ਕੇ ਹੁਣ ਤੱਕ ਇਤਿਹਾਸ ਪੜ੍ਹ ਲਓ ਕਿ ਜ਼ਬਰਦਸਤੀ ਗੁਰੂ ਕੇ ਖਾਲਸੇ ਨੇ ਕਿਸੇ ਦਾ ਧਰਮ ਪਰਿਵਰਤਨ ਨਹੀਂ ਕੀਤਾ, ਨਾ ਕਦੇ ਕਿਸੇ ਦਾ ਧਰਮ ਗ੍ਰੰਥ ਖਾਲਸੇ ਨੇ ਉਹਦੀ ਬੇਅਦਬੀ ਕੀਤੀ, ਨਾ ਕਿਸੇ ਦਾ ਮੰਦਰ ਢਾਇਆ, ਨਾ ਕਿਸੇ ਦੀ ਮਸਜਿਦ ਢਾਈ, ਨਾ ਕਿਸੇ ਮਜ਼ਲੂਮ ਤੇ ਅਤਿਆਚਾਰ ਕੀਤਾ, ਨਾ ਕਿਸੇ ਬਜ਼ੁਰਗ ਤੇ, ਨਾ ਕਿਸੇ ਬੱਚੇ ਤੇ, ਨਾ ਕਿਸੇ ਨੂੰ ਬੇਪਤ ਕੀਤਾ। ਇਹ ਸਾਡਾ ਇਤਿਹਾਸ ਬੋਲਦਾ ਹੈ, ਸਾਡਾ ਸਿਧਾਂਤ ਬੋਲਦਾ। ਤੇ ਫਿਰ ਚਫੇਰੇ ਦਾ ਪੜ੍ਹ ਲਓ। ਆਦਿ ਕਾਲ ਤੋਂ ਮੁਗਲ ਰਾਜ ਕਰਦੇ ਰਹੇ, ਜਹਾਂਗੀਰ ਨੇ ਘਟ ਨਹੀਂ ਕੀਤੀ, ਸ਼ਾਹਜਹਾਨ ਕੀ, ਜਹਾਂਗੀਰ ਕੀ ਘਟ ਨਹੀਂ ਕੀਤੀ। ਇਹਨਾਂ ਨੇ ਕੀ ਕੁਝ ਨਹੀਂ ਕੀਤਾ। ਔਰੰਗਜ਼ੇਬ ਨੇ, ਵਜ਼ੀਰ ਖਾਨ ਵਰਗਿਆਂ ਨੇ, ਮੀਰ ਮੰਨੂ ਵਰਗਿਆਂ ਨੇ ਕਿੰਨੇ ਅਤਿਆਚਾਰ ਕੀਤੇ, ਧਰਮ ਮੰਦਰ ਢਾਏ, ਧਰਮ ਗ੍ਰੰਥਾਂ ਦੀ ਬੇਅਦਬੀ ਕੀਤੀ। ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਫਿਰ ਜਦੋਂ ਸਮਾਂ ਆਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਵੀ ਢਾਇਆ ਗਿਆ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਕਿੰਨੀਆਂ ਬੇਅਦਬੀਆਂ ਹੋਈਆਂ, ਕਿੱਡੀ ਵੱਡੀ ਤਰਾਸਦੀ ਅਸੀਂ ਦੇਖੀ ਹੈ। ਪਰ ਇਹ ਉਦਾਹਰਣ ਤਾਂ ਦਿੱਤੀ ਹੈ ਕਿ ਦੁਨੀਆ ਦੇ ਸਮਗਰ ਇਤਿਹਾਸ ਦੇ ਵਿੱਚੋਂ ਇੱਕ ਇਹੋ ਜਿਹਾ ਪਵਿੱਤਰ ਇਤਿਹਾਸ ਹੈ ਜਿਸ ਇਤਿਹਾਸ ਨੇ ਕਦੇ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਨਹੀਂ ਕੀਤੀ, ਜਿਸ ਇਤਿਹਾਸ ਨੇ ਕਿਸੇ ਦਾ ਮੰਦਰ ਨਹੀਂ ਢਾਇਆ, ਜਿਸ ਇਤਿਹਾਸ ਨੇ ਕਿਸੇ ਮਜ਼ਲੂਮ ਤੇ ਕਦੇ ਅਤਿਆਚਾਰ ਨਹੀਂ ਕੀਤੀ, ਜਿੱਥੇ ਲੋੜ ਪਈ ਛਾਤੀ ਹਿੱਕ ਢਾਹ ਕੇ ਖਲੋ ਗਿਆ ਦੂਜੇ ਵਾਸਤੇ। ਮਹਾਰਾਜ ਕਲਗੀਧਰ ਜੀ ਨੇ ਇਹੋ ਜਿਹਾ ਸਰੂਪ, ਇਹ ਕੁਝ ਸਾਨੂੰ ਬਖਸ਼ਿਆ। ਲਾਲਚ ਦੇਣ ਵਾਲੇ ਤਾਂ ਬੜੇ ਨੇ, ਆ ਜਾਓ ਤੁਹਾਨੂੰ ਮਕਾਨ ਦੇ ਦਿੰਦੇ ਆ, ਤੁਹਾਨੂੰ ਜ਼ਮੀਨ ਦੇ ਦਿੰਦੇ ਆ, ਧਰਮ ਬਦਲ ਲਓ। ਪਰ ਦੁਨੀਆ ਵਿੱਚ ਬਚਨਾਂ ਦੇ ਨਾਲ ਸਿਧਾਂਤਕ ਗੱਲ ਦੇ ਕੇ ਕਿਸੇ ਦਾ ਭਲਾ ਕਰਨ ਵਾਲਾ ਦੁਨੀਆ ਵਿੱਚ ਗੁਰੂ ਇੱਕ ਹੋਇਆ, ਉਹ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ, ਜਿਨ੍ਹਾਂ ਨੇ ਮਾਤ ਲੋਕ ਦੀ ਧਰਤੀ ਤੇ ਰਸਨਾ ਨਾਲ, ਸਿਧਾਂਤਕ ਬਚਨਾਂ ਨਾਲ ਜੀਵਾਂ ਦਾ ਭਲਾ ਕੀਤਾ ਤੇ ਲੋਕਾਂ ਨੂੰ ਧਰਮੀ ਬਣਾਇਆ। ਤੁਸੀਂ ਕਿਸੇ ਧਰਮ ਦੇ ਨਾਲ ਸੰਬੰਧ ਰੱਖਦੇ ਹੋ, ਮਹਾਰਾਜ ਕਹਿੰਦੇ ਸਿਧਾਂਤ ਨਾਲ ਜੁੜੋ, ਮੁੱਢ ਨਾਲ ਜੁੜੋ, ਤੁਹਾਡਾ ਭਲਾ ਹੋ ਜਾਵੇਗਾ, ਭਾਵੇਂ ਤੁਸੀਂ ਕੋਈ ਵੀ ਹੋ। ਮੈਂ ਨਹੀਂ ਕਹਿੰਦਾ ਵੀ ਤੁਸੀਂ ਸਿੱਖ ਬਣ ਜਾਓ ਆ ਕੇ, ਨਹੀਂ, ਤੁਸੀਂ ਪਰਮੇਸ਼ਰ ਦਾ ਨਾਮ ਜਪੋ, ਉਹਦੀ ਆਰਾਧਨਾ ਕਰੋ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਬਚਨ ਆ ਕੇ ਪਵਿੱਤਰਤਾ ਵਰਤਾ ਗਏ ਨਾ, ਉਹਨਾਂ ਦਾ ਸੀਸ ਆਪਣੇ ਆਪ ਹੀ ਝੁਕ ਜਾਂਦਾ ਸੀ। ਤੁਲਸੀ ਜੀ ਤਾਂ ਹੀ ਤਾਂ ਕਹਿੰਦੇ ਨਾ, ਕਹਿੰਦੇ ਗੁਰੂ ਗੋਬਿੰਦ ਦਊ ਖਰੇ ਕਾਕੇ ਲਾਗੋ ਪਾਏ। ਗੁਰੂ ਵੀ ਖੜਿਆ ਤੇ ਗੋਬਿੰਦ ਵੀ ਖੜਿਆ, ਹੁਣ ਮੱਥਾ ਕਿਹਨੂੰ ਟੇਕਾਂ? ਪਹਿਲਾਂ ਗੋਬਿੰਦ ਨੂੰ ਮੱਥਾ ਟੇਕਾਂ ਕਿ ਗੁਰੂ ਨੂੰ ਮੱਥਾ ਟੇਕਾਂ? ਫਿਰ ਕਹਿੰਦੇ ਸਮਝ ਆ ਗਈ, ਬਲਿਹਾਰੀ ਗੁਰੇ ਆਪਣੇ ਜਿਨ ਗੋਬਿੰਦ ਦਿਓ ਮਿਲਾਏ। ਮੈਂ ਗੁਰੂ ਤੋਂ ਬਲਿਹਾਰ ਜਾਵਾਂ ਜਿਹਨੇ ਗੋਬਿੰਦ ਮਿਲਾ ਦਿੱਤਾ, ਪਹਿਲਾਂ ਮੈਂ ਗੁਰੂ ਦੇ ਚਰਨਾਂ ਤੇ ਮੱਥਾ ਟੇਕਾਂਗਾ ਜਿਹਨੇ ਗੋਬਿੰਦ ਤਾਂ ਹੀ ਮੈਨੂੰ ਪਹੁੰਚਾ ਦਿੱਤਾ ਆ। ਇਹ ਗੁਰੂ ਹੁੰਦੇ ਨੇ ਜਿਹੜੇ ਗੋਬਿੰਦ ਦਾ ਗਿਆਨ ਕਰਾ ਦਿੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਜੇ, ਕਹਿਣ ਲੱਗੇ ਗਰੀਬ ਨਵਾਜ ਕਿਰਪਾ ਕਰੋ ਸਾਨੂੰ ਆਪ ਜੀ ਸ਼ੁਭ ਸਿੱਖਿਆ ਦਿਓ, ਆਪਣਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਦਰਾ ਦਿਓ, ਆਪਣਾ ਸਿੱਖ ਬਣਾ ਲਵੋ। ਜਸ ਤੁਮਰਾ ਸ਼ਰਵਨਨ ਸੁਨਿਓ, ਦਰਸ ਦਿਓ ਅਬ ਆਏ। ਪਾਤਸ਼ਾਹ ਪਹਿਲਾਂ ਤਾਂ ਤੁਹਾਡਾ ਜਸ ਸੁਣਿਆ ਸੀ ਕੰਨਾਂ ਦੇ ਨਾਲ, ਬੜੀ ਮਹਿਮਾ ਸੁਣੀ ਸੀ। ਅੱਜ ਤੁਸਾਂ ਦਇਆ ਕੀਤੀ, ਸਾਨੂੰ ਦਰਸ਼ਨ ਬਖਸ਼ਿਸ਼ ਕੀਤੇ। ਮਹਾਰਾਜ ਜਿਹੋ ਜਿਹਾ ਤੁਹਾਡਾ ਜਸ ਸੁਣਿਆ ਸੀ, ਉਹੋ ਜਿਹੇ ਤੁਹਾਡੇ ਦਰਸ਼ਨ ਨੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ,
ਜਿਹੋ ਜੀ ਮਹਿਮਾ ਸੁਣੀ ਸੀ ਅੱਜ ਉਹੋ ਜਿਹੇ ਦੀਦਾਰ ਵੀ ਕਰ ਲਏ ਪਾਤਸ਼ਾਹ। ਜਿਹੋ ਜੀ ਤੁਹਾਡੀ ਮਹਿਮਾ ਉਹੋ ਜਿਹੇ ਤੁਹਾਡੇ ਪਿਆਰੇ ਦਰਸ਼ਨ ਹਨ। ਕਿਰਪਾ ਕਰੋ, ਸਾਡਾ ਭਲਾ ਕਰੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੈਸੇ ਤਿੰਨਾਂ ਨੂੰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਤਿੰਨਾਂ ਦੀ ਕਲਿਆਣਤਾ ਕਰਨਗੇ। ਇਹ ਕਥਾ ਆਪਾਂ ਅਗਲਿਆਂ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਖਾਲਸਾ ਸਿਰਜਣਾ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਬਾਣੀ ਬਾਣੇ ਨਾਲ ਪ੍ਰੇਮ ਰਹਿਤ ਮਰਿਆਦਾ ਵਿੱਚ ਪ੍ਰਪੱਕ ਹੋਣ ਦਾ ਬਲ ਉਦਮ ਪਾਓ। ਪ੍ਰੇਮ ਮੇਰੇ ਪਾਤਸ਼ਾਹ ਬਖਸ਼ਿਸ਼ ਕਰਨ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾਇਆ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ ਨਾਨਕ ਹੋਤਨ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।